ਅਮੁੱਲ ਵਾਪਾਰੀਏ ਅਮੁੱਲ ਭੰਡਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਮੁੱਲ ਵਾਪਾਰੀਏ, ਜਿਹੜੇ ਗੁਰਸਿੱਖ ਮਾਈ ਪਾਈ ਗੁਣਾਂ ਦਾ ਵਣਜ ਕਰਨ ਵਾਸਤੇ ਗੁਰੂ ਘਰ ਵਿੱਚ ਆਉਂਦੇ ਨੇ, ਉਹ ਵੀ ਬੜੇ ਅਮੋਲਕ ਨੇ। ਉਹਨਾਂ ਦੇ ਵੀ ਜੀਵਨ ਅਮੋਲਕ ਬਣ ਜਾਂਦੇ ਨੇ। ਤੇ ਅਮੁੱਲ ਭੰਡਾਰ, ਤੇ ਜਿਹੜੇ ਗੁਰੂ ਦੇ ਪਾਸ ਨਾਮ ਦੇ, ਭਗਤੀ ਦੇ, ਸਿਮਰਨ ਦੇ ਖਜ਼ਾਨੇ ਭਰੇ ਹੋਏ ਨੇ, ਉਹ ਵੀ ਭਾਈ ਅਮੋਲਕ ਨੇ। ਜੋ ਵੀ ਕੁਛ ਗੁਰੂ ਦੇ ਨਾਲ ਸੰਬੰਧਿਤ ਹੈ, ਉਹ ਸਾਰਾ ਕੁਛ ਹੀ ਅਮੋਲਕ ਹੈ, ਕੁਛ ਦੀ ਕੀਮਤ ਨਹੀਂ ਚੁਕਾ ਸਕਦਾ। ਹੁਣ ਕੀਰਤਨ ਇੱਕ ਵੱਡਾ ਗੁਣ ਹੈ, ਪਰ ਸਤਿਗੁਰੂ ਕਹਿੰਦੇ ਕੀਰਤਨ ਨਿਰਮੋਲਕ ਹੀਰਾ, ਇਹ ਵਡਮੁੱਲਾ ਹੀਰਾ ਹੈ। ਜਿਹਦੇ ਕੋਲੇ ਕੀਰਤਨ ਹੋਵੇ ਉਹਨੂੰ ਹੋਰ ਕੀ ਚਾਹੀਦਾ। ਹਜ਼ੂਰ ਕਹਿੰਦੇ ਨੇ ਵੀ ਵਾਹਿਗੁਰੂ ਦੀ ਪ੍ਰਾਪਤੀ ਦੇ ਗੁਣ ਵੀ ਅਮੋਲਕ ਨੇ, ਉਹਨਾਂ ਦਾ ਵਪਾਰ ਵੀ ਅਮੋਲਕ ਹੈ, ਤੇ ਵਪਾਰੀ ਵੀ ਅਮੋਲਕ ਨੇ। ਤੇ ਅਮੁੱਲ ਭੰਡਾਰ, ਤੇ ਜਿਹੜੇ ਉਹ ਸਿਮਰਨ ਦੇ, ਸਿਫਤ ਸਲਾਹ ਦੇ ਭੰਡਾਰ ਭਰਦੇ ਨੇ, ਉਹ ਵੀ ਭਾਈ ਅਮੋਲਕ ਹਨ। ਅਮੁੱਲ ਆਵੈ ਹੈ ਅਮੁੱਲ ਲੈ ਜਾਏ। ਹਜ਼ੂਰ ਕਹਿੰਦੇ ਜਿਤਨੇ ਵੀ ਗੁਰਸਿੱਖ ਮਾਈ ਪਾਈ ਗੁਰੂ ਘਰ ਦੇ ਵਿੱਚ ਆਉਂਦੇ ਨੇ, ਨਾਮ ਦਾ, ਸਿੱਖੀ ਦਾ, ਅੰਮ੍ਰਿਤ ਦਾ, ਦੇਵੀ ਗੁਣਾਂ ਦਾ ਵਪਾਰ ਕਰਨ ਦੇ ਲਈ, ਉਹ ਵੀ ਅਮੋਲਕ ਨੇ। ਤੇ ਅਮੁੱਲ ਲੈ ਜਾਏ, ਤੇ ਜਿਹੜੇ ਭਾਈ ਇਹ ਗੁਣਾਂ ਦਾ ਵਣਜ ਕਰਕੇ ਲੈ ਜਾਂਦੇ ਨੇ, ਉਹ ਵੀ ਅਮੋਲਕ ਨੇ। ਭਗਤ ਕਬੀਰ ਜੀ ਨੇ ਲਿਖਿਆ ਹੈ, ਸਭ ਤੋਂ ਉੱਤਮ ਵਪਾਰੀ ਕੌਣ ਨੇ? ਕਿਨਹੀ ਬਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਨਾਮ ਦਾ ਵਣਜ ਸਭ ਤੋਂ ਉੱਤਮ ਵਣਜ ਹੈ। ਜਾਂ ਹਜ਼ੂਰ ਨੇ ਇੱਕ ਥਾਂ ਤੇ ਹੋਰ ਵੀ ਬੜੀ ਸੁੰਦਰ ਸਿੱਖਿਆ ਬਖਸ਼ੀ ਹੈ, ਵਣਜ ਕਰੋ ਵਣਜਾਰੇ ਹੋ, ਵਖਰ ਲਿਹੋ ਸੰਭਾਲ, ਤੈਸੀ ਵਸਤ ਵਸਾਹੀਐ ਜੈਸੀ ਨਿਭੈ ਨਾਲ। ਅੱਗੇ ਸਾਹੂ ਸੁਜਾਨ ਹੈ, ਲੈਸੀ ਵਸ ਸੰਭਾਲ। ਅੱਗੇ ਹਜ਼ੂਰ ਨੇ ਦੱਸਿਆ ਵੀ ਵਣਜ ਕਿਹੜਾ ਕਰਨਾ ਹੈ। ਪਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵਖਰ ਲੈ ਚਲੋ, ਸਹੁ ਦੇਖੈ ਪਤੀ ਆਏ। ਨਾਮ ਤੇ ਹਰ ਜਸ ਦਾ ਵਖਰ ਸਭ ਤੋਂ ਅਮੋਲਕ ਹੈ। ਹਜ਼ੂਰ ਕਹਿੰਦੇ ਨੇ ਜਿਹੜੇ ਇਸ ਨਾਮ ਦੇ ਵਪਾਰੀ ਆਉਂਦੇ ਨੇ, ਉਹ ਵੀ ਅਮੋਲਕ ਨੇ। ਤੇ ਜਿਹੜੇ ਇਹ ਨਾਮ ਤੇ ਕੀਰਤਨ ਦਾ, ਸ਼ੁਭ ਗੁਣਾਂ ਦਾ ਵਣਜ ਕਰਕੇ ਲੈ ਜਾਂਦੇ ਨੇ, ਉਹ ਵੀ ਅਮੋਲਕ ਹਨ। ਅਮੁੱਲ ਭਾਏ ਅਮੁੱਲਾ ਸਮਾਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਮੁੱਲ ਭਾਏ, ਪ੍ਰੇਮ ਦਾ ਗੁਣ, ਇਹ ਵੀ ਇੱਕ ਅਮੋਲਕ ਗੁਣ ਹੈ। ਇਸ ਪ੍ਰੇਮ ਦੇ ਬਾਰੇ ਗੁਰਬਾਣੀ ਵਿੱਚ ਬਹੁਤ ਕੁਝ ਲਿਖਿਆ ਮਿਲਦਾ ਹੈ। ਗਾਵੀਐ ਸੁਣੀਐ ਮਨ ਰਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਏ। ਅਥਵਾ ਸੁਣਿਆ ਮੰਨਿਆ ਮਨ ਕੀਤਾ ਭਾਉ। ਭਾਉ ਦਾ ਅਰਥ ਹੈ ਪ੍ਰੇਮ। ਅਮੁੱਲ ਪਾਏ, ਜਿਹੜਾ ਪ੍ਰੇਮ ਹੈ, ਇਹ ਸਭ ਤੋਂ ਵੱਡਾ ਗੁਣ ਹੈ। ਕਲਗੀਧਰ ਪਾਤਸ਼ਾਹ ਨੇ ਆਖਿਆ, ਜਿੰਨੇ ਮਰਜੀ ਮਨੁੱਖ ਸਾਧਨ ਕਰ ਲਵੇ, ਕਹਾਂ ਪਇਓ ਜੋ ਦੋ ਲੋਚਨ ਮੂੰਦ ਕੈ, ਬੈਠ ਰਹਿਓ ਬਖ ਧਿਆਨ ਲਗਾਇਓ। ਨਾਥ ਫਿਰਿਓ ਲਿਏ ਸਾਧ ਸਮੁੰਦਰਨ ਲੋਕ ਗਇਓ, ਪਰਲੋਕ ਗੁਆਇਓ। ਬਾਸ ਕੀਓ ਬਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਿਤਾਇਓ। ਸਾਚ ਕਹੋ ਸੁਣ ਲਿਓ ਸਭੈ, ਜਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਹ ਪ੍ਰੇਮ ਸਭ ਤੋਂ ਵੱਡਾ ਗੁਣ ਹੈ। ਹਜ਼ੂਰ ਕਹਿੰਦੇ ਅਮੁੱਲ ਪਾਏ। ਸਤਿਗੁਰੂ ਨੇ ਇਹ ਵੀ ਦੱਸ ਦਿੱਤਾ, ਆਪਣਾ ਲਾਇਆ ਪਿਰਮ ਨਾ ਲੱਗਈ, ਜੇ ਲੋਚੈ ਸਭ ਕੋਏ। ਇਹ ਪਿਰਮ ਪਿਆਲਾ ਖਸਮ ਕੈ, ਜੈ ਭਾਵੈ ਤੈ ਦੇ। ਇਹ ਪ੍ਰੇਮ ਦਾ ਪਿਆਲਾ ਹਰ ਕਿਸੇ ਨੂੰ ਨਹੀਂ ਮਿਲਦਾ। ਜਿਹਨੂੰ ਵਾਹਿਗੁਰੂ ਦੇਵੇ, ਉਹੀ ਇਸ ਪ੍ਰੇਮ ਦੇ ਪਿਆਲੇ ਨੂੰ ਲੈ ਸਕਦਾ ਹੈ। ਅਮੁੱਲ ਪਾਏ, ਪ੍ਰੇਮ ਇੱਕ ਅਮੋਲਕ ਗੁਣ ਹੈ। ਅਮੁੱਲਾ ਸਮਾਹੇ, ਜਿਸਨੂੰ ਵਾਹਿਗੁਰੂ ਪ੍ਰੇਮ ਦਾ ਗੁਣ ਬਖਸ਼ਿਸ਼ ਕਰ ਦਿੰਦਾ ਹੈ, ਤੇ ਫਿਰ ਉਹ ਅਮੁੱਲਾ ਮੁੱਲ ਤੋਂ ਰਹਿਤ ਕੌਣ ਅਕਾਲ ਪੁਰਖ ਹੈ। ਹਰ ਆਪ ਅਮੋਲਕ ਹੈ, ਮੁੱਲ ਨਾ ਪਾਇਆ ਜਾਏ। ਉਸ ਅਮੋਲਕ ਵਾਹਿਗੁਰੂ ਦੇ ਵਿੱਚ ਜਾ ਕੇ ਸਮਾਹੇ ਲੀਨ ਹੋ ਜਾਂਦਾ ਹੈ। ਅਮੁੱਲ ਧਰਮ ਅਮੁੱਲ ਦੀਵਾਨ। ਹਜ਼ੂਰ ਕਹਿੰਦੇ ਨੇ ਉਸ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਧਰਮ ਹੈ, ਉਹ ਵੀ ਅਮੋਲਕ ਹੈ। ਧਰਮ ਦਾ ਅਰਥ ਇੱਥੇ ਧਰਮ ਦਾ ਰਾਜ, ਧਰਮ ਦਾ ਨਿਆਂ,
ਕਿਉਂਕਿ ਵਾਹਿਗੁਰੂ ਦੇ ਘਰ ਦੇ ਵਿੱਚ ਧਰਮ ਦਾ ਨਿਆਂ ਹੁੰਦਾ ਹੈ। ਉਥੇ ਸੱਚੇ ਹੀ ਸੱਚ ਨਿਬੜੈ, ਚੁਨ ਵਖ ਕੱਢੇ ਜਜਮਾਲਿਆ। ਸੋ ਡਰੈ ਜੇ ਪਾਪ ਕਮਾਵਦਾ, ਧਰਮੀ ਬਖਸ਼ੀਤ। ਵਾਹਿਗੁਰੂ ਦੇ ਘਰ ਦੇ ਵਿੱਚ ਬਿਲਕੁਲ ਕੋਈ ਅਨਿਆਂ ਵਾਲੀ ਗੱਲ ਨਹੀਂ। ਅਮੁੱਲ ਧਰਮ, ਵਾਹਿਗੁਰੂ ਦਾ ਧਰਮ ਦਾ ਨਿਆਂ ਵੀ ਬੜਾ ਅਮੋਲਕ ਹੈ, ਉਹਦੇ ਕਾਨੂੰਨ ਵੀ ਬੜੇ ਅਮੋਲਕ ਨੇ। ਅਮੁੱਲ ਦੀਵਾਨ, ਤੇ ਵਾਹਿਗੁਰੂ ਦਾ ਦੀਵਾਨ ਜਿਹੜਾ ਦਰਬਾਰ ਹੈ, ਕਿਉਂਕਿ ਜਿਵੇਂ ਰਾਜੇ ਮਹਾਰਾਜਿਆਂ ਦੇ ਦਰਬਾਰ ਹੁੰਦੇ ਨੇ, ਅਮੁੱਲ ਦੀਵਾਨ, ਤੇ ਵਾਹਿਗੁਰੂ ਦਾ ਦੀਵਾਨ ਦਰਬਾਰ ਵੀ ਅਮੋਲਕ ਹੈ। ਤੇ ਜਿਹੜਾ ਉਸ ਦਰਬਾਰ ਦਾ ਧਰਮ ਦਾ ਅਰਥ ਹੈ ਰਾਜ ਹੈ, ਤੇ ਧਰਮ ਦਾ ਇਨਸਾਫ ਹੈ, ਉਹ ਵੀ ਬੜਾ ਅਮੋਲਕ ਹੈ। ਅਮੁੱਲ ਤੁਲ ਅਮੁੱਲ ਪ੍ਰਵਾਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਮੁੱਲ ਤੁਲ, ਤੇ ਅਮੋਲਕ ਹੀ ਤੁਲ ਉਸ ਵਾਹਿਗੁਰੂ ਦਾ ਤਰਾਜੂ ਹੈ। ਤੇ ਅਮੁੱਲ ਪ੍ਰਵਾਨ, ਪ੍ਰਵਾਨ ਕਹਿੰਦੇ ਨੇ ਵੱਟੇ ਨੂੰ। ਉਸ ਵਾਹਿਗੁਰੂ ਦਾ ਵੱਟਾ ਵੀ ਬੜਾ ਹੀ ਅਮੋਲਕ ਹੈ, ਉਸ ਦਾ ਤਰਾਜੂ ਵੀ ਅਮੋਲਕ ਹੈ, ਜਿਹਦੇ ਨਾਲ ਉਹ ਸੌਦਾ ਤੋਲ ਕੇ ਦਿੰਦਾ ਹੈ, ਤੇ ਵੱਟੇ ਵੀ ਅਮੋਲਕ ਨੇ। ਇਤਿਹਾਸ ਵਿੱਚ ਇੱਕ ਬੜਾ ਸੁੰਦਰ ਪ੍ਰਸੰਗ ਆਉਂਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੁਰੇ ਜਾ ਰਹੇ ਸਨ। ਤੇ ਕੋਈ ਵਪਾਰੀ ਰਸਤੇ ਵਿੱਚ ਮਿਲਿਆ, ਕੁਝ ਉਸਦੇ ਕੋਲੇ ਸੌਦਾ ਹੈ ਤੇ ਕੁਝ ਉਸਦੇ ਪਾਸ ਵੱਟੇ ਨੇ। ਸਤਿਗੁਰੂ ਦੀ ਨਜ਼ਰ ਉਸ ਤੇ ਪਈ। ਬੜਾ ਭਲਾ ਮਾਨਸ ਤੇ ਨੇਕ ਬੰਦਾ ਸੀ। ਸਤਿਗੁਰੂ ਨੇ ਉਸ ਨੂੰ ਪੁੱਛਿਆ, ਭਲਿਆ ਲੋਕਾ, ਤੂੰ ਕੌਣ ਹੈ? ਇਹਨੇ ਅੱਗੋਂ ਜਵਾਬ ਦਿੱਤਾ, ਮਹਾਰਾਜ ਮੈਂ ਵਪਾਰੀ ਹਾਂ। ਸਤਿਗੁਰੂ ਕਹਿਣ ਲੱਗੇ, ਝੂਠ ਦਾ ਵਪਾਰੀ ਕਿ ਸੱਚ ਦਾ ਵਪਾਰੀ? ਕਹਿਣ ਲੱਗਾ, ਸੱਚੇ ਪਾਤਸ਼ਾਹ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਝੂਠ ਨਹੀਂ ਬੋਲਿਆ, ਕਦੇ ਘੱਟ ਨਹੀਂ ਤੋਲਿਆ। ਸਤਿਗੁਰੂ ਕਹਿਣ ਲੱਗੇ, ਦਾ ਮਤਲਬ ਫਿਰ ਤੂੰ ਸੱਚ ਦਾ ਵਪਾਰੀ ਹੈ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਸੱਚ ਦਾ ਵਪਾਰ ਕਰਨਾ ਬਹੁਤ ਔਖੀ ਗੱਲ ਹੈ। ਸਤਿਗੁਰੂ ਕਹਿਣ ਲੱਗੇ, ਅੱਛਾ ਜਿਹੜੇ ਤੇਰੇ ਪਾਸ ਵੱਟੇ ਨੇ ਤੇ ਤਰਾਜੂ ਹੈ, ਉਹ ਸਾਨੂੰ ਕੱਢ ਕੇ ਦੇ। ਇਹਨੇ ਤਰਾਜੂ ਵੀ ਦੇ ਦਿੱਤਾ ਤੇ ਵੱਟੇ ਵੀ ਕੱਢ ਕੇ ਦੇ ਦਿੱਤੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਵਟਿਆਂ ਨੂੰ ਤੋਲ ਤੋਲ ਕੇ ਦੇਖਣ ਲੱਗੇ, ਔਰ ਉਹ ਵੱਟੇ ਪੂਰੇ ਹੀ ਤੋਲ ਦੇ ਵਿੱਚ ਤੋਲੇ ਗਏ। ਇੱਕ ਸਭ ਤੋਂ ਛੋਟਾ ਵੱਟਾ ਸੀ ਪਾਈਆ ਦਾ। ਉਹ ਹੱਥ ਵਿੱਚ ਲੈ ਕੇ ਸਤਿਗੁਰੂ ਕਹਿਣ ਲੱਗੇ, ਬਈ ਐਸ ਵੱਟੇ ਨੂੰ ਕੀ ਆਖਦੇ ਨੇ? ਉਹਨੇ ਭੋਲੇ ਪਾ ਕਿਹਾ, ਸੱਚੇ ਪਾਤਸ਼ਾਹ ਇਸ ਦਾ ਨਾਮ ਹੈ ਪਾਈਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਮੇਹਰਾਂ ਦੇ ਘਰ ਆਏ, ਕਹਿਣ ਲੱਗੇ, ਤੂੰ ਵੀ ਸੱਚ ਦੀ ਕਿਰਤ ਕਰਦਾ ਹੈ, ਅਮੁੱਲ ਤੁਲ ਅਮੁੱਲ ਪ੍ਰਵਾਨ, ਪੂਰਾ ਤੋਲਦਾ ਹੈ, ਝੂਠ ਨਹੀਂ ਬੋਲਦਾ। ਇੱਕ ਤੇਰੀ ਬਹੁਤ ਵੱਡੀ ਤਪੱਸਿਆ ਹੈ। ਅੱਛਾ ਹੁਣ ਤੇਰਾ ਸਮਾਂ ਆ ਗਿਆ, ਹੁਣ ਤੇਰੀ ਇਸ ਤਪੱਸਿਆ ਨੂੰ ਫਲ ਲੱਗ ਰਿਹਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਆ ਜਿਹੜਾ ਛੋਟਾ ਵੱਟਾ ਹੈ, ਇਸ ਤੋਂ ਸਿੱਖਿਆ ਗ੍ਰਹਿਣ ਕਰ। ਜਿਹੜਾ ਵੀ ਛੋਟਾ ਹੁੰਦਾ ਹੈ, ਆਪਣੇ ਆਪ ਨੂੰ ਛੋਟਾ ਸਮਝਦਾ ਹੈ, ਤੇ ਉਹਦਾ ਹੀ ਪਰਮੇਸ਼ਰ ਦੀ ਦਰਗਾਹ ਵਿੱਚ ਸਤਿਕਾਰ ਹੁੰਦਾ ਹੈ। ਸਤਿਗੁਰੂ ਦੇ ਬਚਨ ਹੈ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਵੱਡਿਆਂ ਦੀ ਬਰਾਬਰੀ ਕਰਨੀ ਕਦੇ ਵੀ ਸਾਡੇ ਲਈ ਅੱਛੀ ਨਹੀਂ ਹੈ। ਵੱਡਿਆਂ ਦੇ ਨਾਲ ਕਾਹਦੀ ਬਰਾਬਰੀ? ਛੋਟਿਆਂ ਨਾਲ ਰਹਿਣਾ, ਛੋਟੇ ਬਣਨਾ, ਕਿਉਂਕਿ ਦਰਗਹਿ ਮਾਣ ਨਿਮਾਣਾ ਪਾਵੇ। ਸਤਿਗੁਰੂ ਕਹਿਣ ਲੱਗੇ, ਵੱਡਾ ਸਿੱਖਿਆ ਦਿੰਦਾ ਹੈ, ਛੋਟੇ ਬਣ ਕੇ ਰਹਿਣਾ, ਵੱਡੇ ਨਹੀਂ ਬਣਨਾ। ਵੱਡੇ ਵੱਡੇ ਜੋ ਦਿਸੈ ਹੈ ਲੋਗ, ਤਿਨ ਕੋ ਵਿਆਪੈ ਚਿੰਤਾ ਰੋਗ। ਜਿਹੜੇ ਵੱਡੇ ਵੱਡੇ ਲੋਕ ਨੇ, ਅੱਗੇ ਦਰਗਾਹ ਵਿੱਚ ਸਭ ਤੋਂ ਪਿੱਛੇ ਰਹਿ ਜਾਂਦੇ ਨੇ, ਪਿੱਛੇ ਖਲੋਤੇ ਹੁੰਦੇ ਨੇ, ਤੇ ਜਿਹੜੇ ਛੋਟੇ ਨੇ ਉਹਨਾਂ ਨੂੰ ਦਰਗਾਹ ਵਿੱਚ ਸਤਕਾਰਿਆ ਜਾਂਦਾ ਹੈ। ਸਤਿਗੁਰੂ ਕਹਿਣ ਲੱਗੇ, ਅੱਛਾ ਛੋਟੇ ਵੱਡੇ ਤੋਂ ਇਹ ਸਿੱਖਿਆ ਗ੍ਰਹਿਣ ਕਰਨੀ ਬਣਦੀ ਹੈ, ਵੀ ਜਿਹੜਾ ਛੋਟਾ ਹੁੰਦਾ ਹੈ ਉਹੀ ਪਰਮੇਸ਼ਰ ਨੂੰ ਪ੍ਰਾਪਤ ਕਰ ਸਕਦਾ ਹੈ। ਛੋਟਾ ਹੋ ਕੇ ਹੀ ਰੱਬ ਨੂੰ ਪਾਇਆ ਜਾਂਦਾ ਹੈ। ਬਸ ਇਹ ਬਚਨ ਕਰਦਿਆਂ ਕਰਦਿਆਂ ਗੁਰੂ ਮਹਾਰਾਜ ਨੇ ਮਿਹਰ ਦੀ ਨਜ਼ਰ ਕਰ ਦਿੱਤੀ। ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਬਸ ਇਹਦਾ ਤੇ ਬੇੜਾ ਪਾਰ ਹੋ ਗਿਆ। ਕਵਾੜ ਖੁੱਲ ਗਏ,
समाधि लग गई, देह दा संसार दा चेता भुल गया ते बड़े आनंद विच बैठा। भाई बाला जी बड़े हैरान होए, कहण लगे सच्चे पातशाह, ना इसने जप कीता, ना तप कीता, ना जग कीता, ना योग कीता, ना सेवा, ना सिमरन, कुछ भी इसने नहीं कीता। इन्नी छेती इहदे उत्ते मेहर किवें हो गई? तां सतगुरु दा जवाब सी, ये गुरु दी नज़र दा फल है, मिहनत दा फल नहीं, ये गुरु दी मेहर दा फल है। सतगुरु कहण लगे, इस विचारे ने इस कलयुग दे विच कदे झूठ नहीं बोलिया, घट नहीं तोलिया, ये कोई घट तपस्या नहीं कीती इसने, और हुण इहनूं गुरु दे दर्शन होए ने, इहदी काल थाएं पई है, इसलिए हुण इसदा बेड़ा पार है। सतगुरु कहण लगे, जिवें दीवे दे विच तेल भी पाया होवे, बत्ती भी वट के पाई होवे ते सिर्फ सीख लाउण दी लोड़ हुंदी है, इसे तरह धर्म की किरत करदियां करदियां इहदा हिरदा भी पवित्र सी, प्रेम दा तेल भी इहदे अंदर भरिया होया सी, भावना दी वट्टी भी इहदे विच मौजूद सी, पर हुण गुरु किरपा दी सिलाई दी लोड़ सी। वो गुरु दी मेहर हो गई है। जिनको नदर कर्म तनकार, नानक नदरी नदर निहाल, बसवनी होर कुछ करन दी लोड़ नहीं रह गई। अमुल तुल अमुल प्रवान, भी ਜਿਹੜੇ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਦਾ ਤਰਾਜੂ ਸੀ, ਜਿਹਦੇ ਨਾਲ ਤੋਲਦੇ ਸਨ ਅਗਲੇ ਦੇ ਜੀਵਨ ਨੂੰ, ਉਹ ਵੀ ਅਮੋਲਕ ਹੈ। ਤੇ ਅਮੁੱਲ ਪ੍ਰਵਾਨ, ਉਹ ਵਟਾ ਵੀ ਅਮੋਲਕ ਹੈ ਜਿਸ ਦੇ ਨਾਲ ਉਸ ਨੂੰ ਤੋਲਿਆ ਜਾਂਦਾ ਹੈ। ਇੱਕ ਸੂਹੀ ਰਾਗ ਦੇ ਵਿੱਚ ਸ਼ਬਦ ਆਉਂਦਾ ਹੈ, ਕੌਣ ਤਰਾਜੀ ਕਵਨ ਤੁਲਾ, ਤੇਰਾ ਕੌਣ ਸਰਾਹ ਬੁਲਾਵਾ, ਕੌਣ ਗੁਰੂ ਕੈ ਪਹਿ ਦਿਖਿਆ ਲੇਵਾ, ਕੈ ਪਹਿ ਮੁੱਲ ਕਰਾਵਾ, ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ, तू जल थल महीअल भरपुर लीना, तू आपे सर्व समाना। रहाओ अगे लिखिया है, आपे कंडा आप तराजी, मनता राजी चित तुला, उत्थे मन नूं तकड़ी आखिया है ते चित नूं वटा आखिया। मनता राजी चित तुला, तेरी सेव सराफ कमावा। हजूर कहंदे अमोल तुल, भी जिहड़ी विचार रूपी तकड़ी भी बड़ी अमोलक है, ਤੇ ਜਿਹੜਾ ਅੱਗੇ ਭਾਈ ਸ਼ਾਸਤਰ ਪ੍ਰਮਾਣ ਦਾ ਵਟਾ ਹੈ ਉਹ ਵੀ ਬੜਾ ਅਮੋਲਕ ਹੈ। ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ, ਹਜ਼ੂਰ ਕਹਿੰਦੇ ਅਮੁੱਲ ਬਖਸ਼ੀਸ਼, ਉਸ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਵੀ ਬੜੀ ਅਮੋਲਕ ਹੈ, ਜਿਸ ਤੇ ਵਾਹਿਗੁਰੂ ਦਿਆਲ ਹੋ ਜਾਂਦਾ ਹੈ ਤੇ ਉਸ ਦਾ ਬੇੜਾ ਪਾਰ ਹੋ ਜਾਂਦਾ ਹੈ। ਅਮੁੱਲ ਨਿਸ਼ਾਨ, ਤੇ ਜਿਹੜਾ ਉਸ ਬਖਸ਼ਿਸ਼ ਦਾ ਨਿਸ਼ਾਨ ਪੈਂਦਾ ਹੈ ਨਾ, ਜਿਹੜਾ ਪ੍ਰਵਾਨਗੀ ਦਾ ਚਿੰਨ੍ਹ ਪੈਂਦਾ ਹੈ, ਉਹ ਵੀ ਬੜਾ ਅਮੋਲਕ ਹੈ। ਵਾਹਿਗੁਰੂ ਦੀ ਬਖਸ਼ਿਸ਼ ਵੀ ਅਮੋਲਕ ਹੈ, ਜਿਸ ਉੱਤੇ ਵਾਹਿਗੁਰੂ ਪ੍ਰਸੰਨ ਹੁੰਦਾ ਹੈ। ਕੀੜਾ ਥਾਪ ਦੇਹ ਪਾਤਸ਼ਾਹੀ, ਉਹ ਕੀੜੇ ਨੂੰ ਪਾਤਸ਼ਾਹ ਬਣਾ ਦਿੰਦਾ ਹੈ। ਵਾਹਿਗੁਰੂ ਦੀ ਬਖਸ਼ਿਸ਼ ਬੜੀ ਮਹਾਨ ਹੈ। ਤੇ ਅਮੁੱਲ ਨਿਸ਼ਾਨ, ਜਿਹੜਾ ਬਖਸ਼ਿਸ਼ ਦਾ ਨਿਸ਼ਾਨ ਹੈ, ਚਿੰਨ੍ਹ ਹੈ, ਲੇਖ ਹੈ, ਦਸਖਤ ਹੈ, ਉਹ ਵੀ ਬੜਾ ਅਮੋਲਕ ਹੈ। ਅਮੁੱਲ ਕਰਮ ਅਮੁੱਲ ਫਰਮਾਨ, ਹਜ਼ੂਰ ਕਹਿੰਦੇ ਨੇ ਅਮੁੱਲ ਕਰਮ, ਇਹ ਜਿਹੜਾ ਕਰਮ ਸ਼ਬਦ ਹੈ ਇਹ ਵੀ ਫਾਰਸੀ ਦਾ ਸ਼ਬਦ ਹੈ। ਕਰਮ ਦਾ ਅਰਥ ਹੁੰਦਾ ਹੈ ਕਿਰਪਾ। ਜਿਵੇਂ ਪਿੱਛੇ ਵੀ ਹਜ਼ੂਰ ਨੇ ਆਖਿਆ ਸੀ, ਬਹੁਤਾ ਕਰਮ ਲਿਖਿਆ ਨਾ ਜਾਏ, ਉੱਥੇ ਵੀ ਕਰਮ ਸ਼ਬਦ ਸੀ, ਔਂਕੜ ਨਾਲ ਆਇਆ। ਇਹਦਾ ਮਤਲਬ ਹੈ ਅਮੁੱਲ ਕਰਮ, ਵਾਹਿਗੁਰੂ ਦੀ ਬਖਸ਼ਿਸ਼ ਦਾ ਫਲ, ਉਹ ਵੀ ਬੜਾ ਅਮੋਲਕ ਹੈ। ਅਮੁੱਲ ਫਰਮਾਨ, ਤੇ ਉਸ ਵਾਹਿਗੁਰੂ ਪਰਮੇਸ਼ਰ ਦਾ ਫਰਮਾਨ, ਉਸ ਦਾ ਹੁਕਮ, ਉਹ ਵੀ ਬੜਾ ਅਮੋਲਕ ਹੈ। ਆ ਜੋ ਸਤਿਗੁਰੂ ਦੀ ਪਵਿੱਤਰ ਬਾਣੀ ਹੈ, ਇਹ ਅਕਾਲ ਪੁਰਖ ਵਾਹਿਗੁਰੂ ਦਾ ਫਰਮਾਨ ਹੀ ਹੈ ਨਾ। ਆਪਾਂ ਹੁਕਮਨਾਮਾ ਕਹਿ ਦਿੰਦੇ ਹਾਂ, ਕਈ ਇਸ ਨੂੰ ਫਰਮਾਨ ਵੀ ਕਹਿੰਦੇ ਨੇ। ਫਰਮਾਨ ਦਾ ਅਰਥ ਵੀ ਸ਼ਾਹੀ ਹੁਕਮ ਹੈ। ਸਾਹਿਬ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ, ਇੱਕ ਇੱਕ ਸ਼ਬਦ ਇੱਕ ਵਾਹਿਗੁਰੂ ਦਾ ਫਰਮਾਨ ਹੈ, ਇਹ ਉਸ ਦਾ ਹੁਕਮ ਹੈ। ਹਜ਼ੂਰ ਕਹਿੰਦੇ ਇਉਂ ਵਾਹਿਗੁਰੂ ਦੀ ਕਰਮ ਦਾ ਫਲ ਵੀ, ਬਖਸ਼ਿਸ਼ ਦਾ ਫਲ ਵੀ ਅਮੋਲਕ ਹੈ, ਤੇ ਉਸ ਵਾਹਿਗੁਰੂ ਦਾ ਇਹ ਫਰਮਾਨ, ਗੁਰਬਾਣੀ ਦਾ ਪੈਗਾਮ, ਇਹ ਵੀ ਬੜਾ ਅਮੋਲਕ ਹੈ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਹਜ਼ੂਰ ਕਹਿੰਦੇ ਨੇ ਵਾਹਿਗੁਰੂ ਆਪ ਵੀ ਅਮੋਲਕ ਹੈ, ਉਹਦਾ ਨਾਮ ਵੀ ਅਮੋਲਕ ਹੈ, ਉਹਦੇ ਗੁਣ ਵੀ ਅਮੋਲਕ ਨੇ, ਗੁਣਾਂ ਦਾ ਵਪਾਰ ਵੀ ਅਮੋਲਕ ਹੈ, ਵਪਾਰੀ ਵੀ ਅਮੋਲਕ ਨੇ। ਹਜ਼ੂਰ ਕਹਿੰਦੇ ਸਭ ਕੁਝ ਅਮੁੱਲ ਹੀ ਅਮੁੱਲ ਹੈ, ਅਮੋਲਕ ਹੀ ਅਮੋਲਕ ਹੈ। ਹਜ਼ੂਰ ਕਹਿੰਦੇ ਨੇ ਅਮੁੱਲੋ ਅਮੁੱਲ ਆਖਿਆ ਨਾ ਜਾਏ।
ਹਜ਼ੂਰ ਕਹਿੰਦੇ ਵਾਹਿਗੁਰੂ ਵੀ ਅਮੋਲਕ ਹੈ, ਮੁੱਲ ਤੋਂ ਰਹਿਤ ਹੈ ਤੇ ਔਰ ਕਿਸੇ ਤਰ੍ਹਾਂ ਵੀ ਉਸ ਦੇ ਬਾਰੇ ਕੁਝ ਵੀ ਆਖਿਆ ਨਹੀਂ ਜਾ ਸਕਦਾ। ਅਮੋਲਕ ਦਾ ਅਰਥ ਮਹਾਂਪੁਰਖ ਇਹ ਵੀ ਕਰਦੇ ਸਨ ਵੀ ਅਮੋਲਕ ਦੇ 3 ਅਰਥ ਹੁੰਦੇ ਨੇ ਅਮੋਲਕ ਸ਼ਬਦ ਦੇ। ਅਮੋਲਕ ਜਿਹੜਾ ਐੜਾ ਸ਼ਬਦ, ਐੜਾ ਅੱਖਰ ਲੱਗਿਆ ਹੈ ਨਾ, ਇਹਦਾ ਮਤਲਬ ਇੱਕ ਤਾਂ ਅਮੋਲਕ ਚੀਜ਼ ਉਹ ਹੁੰਦੀ ਹੈ ਵੀ ਜਿਹੜੀ ਐਵੇਂ ਵਾਧੂ ਹੀ ਹੋਵੇ, ਬਿਨਾਂ ਮੁੱਲ ਤੋਂ ਮਿਲ ਜਾਵੇ, ਉਹਨੂੰ ਵੀ ਅਮੋਲਕ ਕਹਿੰਦੇ ਨੇ ਵੀ ਬਿਨਾਂ ਮੁੱਲ ਤੋਂ ਹੀ ਪਈ ਹੈ। ਤੇ ਇੱਕ ਜਿਹੜੀ ਬਹੁਤੀ ਕੀਮਤੀ ਹੋਵੇ, ਕਹਿੰਦੇ ਵੀ ਇਹ ਵੀ ਲੈਣੀ ਔਖੀ ਹੈ, ਉਹ ਵੀ ਅਮੋਲਕ ਸਦਵਾਉਂਦੀ ਹੈ। ਤੇ ਇੱਕ ਜਿਹੜੀ ਅਮੋਲਕ ਜਿਹੜਾ ਸ਼ਬਦ ਇੱਥੇ ਗੁਰੂ ਮਹਾਰਾਜ ਨੇ ਵਰਤਿਆ ਹੈ, ਉਹਦਾ ਮਤਲਬ ਇਹ ਹੈ ਵੀ ਉਹ ਵਸਤੂ ਜਿਸ ਦਾ ਮੁੱਲ ਦੁਨੀਆ ਦੀ ਕੋਈ ਸੰਪਤੀ, ਕੋਈ ਵਸਤੂ ਦੇ ਨਾਲ ਨਹੀਂ ਉਤਾਰਿਆ ਜਾ ਸਕਦਾ, ਉਹਨੂੰ ਕਹਿੰਦੇ ਆ ਅਮੋਲਕ। ਇੱਥੇ ਉਹ ਤੀਸਰਾ ਅਰਥ ਗ੍ਰਹਿਣ ਕਰਨਾ ਹੈ ਵੀ ਜਿਹੜੀ ਮੁਫਤ ਦੀ ਚੀਜ਼ ਮਿਲਦੀ ਉਹਨੂੰ ਵੀ ਅਮੋਲਕ ਹੀ ਲੋਕੀ ਕਹਿੰਦੇ ਨੇ। ਜਿਹੜੀ ਬਹੁਤ ਹੀ ਜ਼ਿਆਦਾ ਵਧੇਰੇ ਕੀਮਤ ਵਾਲੀ ਹੋਵੇ ਉਹਨੂੰ ਵੀ ਕਹਿੰਦੇ ਇਹ ਵੀ ਅਮੋਲਕ ਹੀ ਹੈ, ਜਿਵੇਂ ਹੀਰੇ ਮੋਤੀਆਂ ਦਾ ਵਪਾਰ ਹੁੰਦਾ ਹੈ। ਤੇ ਪਰ ਇਹ ਜਿਹੜਾ ਅਮੋਲਕ ਦਾ ਵੀ, ਜਿਹਦਾ ਕੋਈ ਦੁਨੀਆ ਦੀ ਵਸਤੂ ਮੁੱਲ ਹੋ ਹੀ ਨਹੀਂ ਸਕਦੀ, ਕਿਉਂਕਿ ਸਤਿਗੁਰੂ ਦੇ ਬਚਨ ਹੈ, ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਵੀ ਦੁਨੀਆ ਦੀ ਕੋਈ ਦੌਲਤ ਨਾਮ ਦੀ ਦੌਲਤ ਦੇ ਬਰਾਬਰ ਨਹੀਂ ਹੋ ਸਕਦੀ। ਇਸ ਲਈ ਇੱਥੇ ਉਹ ਗੁਣ ਗ੍ਰਹਿਣ ਕਰਨਾ ਹੈ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦਾ ਸਭ ਕੁਝ ਅਮੋਲਕ ਹੀ ਅਮੋਲਕ ਹੈ, ਉਹਦੇ ਬਾਰੇ ਕੁਝ ਨਹੀਂ ਆਖਿਆ ਜਾ ਸਕਦਾ। ਆਖ ਆਖ ਰਹਿ ਲਿਵ ਲਾਏ। ਹਾਂ, ਬਹੁਤ ਸਾਰੇ ਇਹੋ ਜਿਹੇ ਲੋਕ ਵੀ ਨੇ ਬਈ ਜਿਹੜੇ ਲਿਵ ਲਾ ਕੇ ਆਪਣੀ ਚਿੱਤ ਬਿਰਤੀ ਨੂੰ ਜੋੜ ਕੇ ਤੇ ਆਖਣ ਦਾ ਯਤਨ ਕਰ ਰਹੇ ਨੇ, ਪਹਿਲਾਂ ਤੋਂ ਲੈ ਕੇ ਹੁਣ ਤੱਕ ਤੇ ਹੁਣ ਤੋਂ ਲੈ ਕੇ ਰਹਿੰਦੇ ਸੰਸਾਰ ਤੱਕ। ਆਖ ਆਖ ਰਹੇ ਲਿਵ ਲਾਏ। ਜਿਹੜੇ ਵਿਦਵਾਨ ਲੋਕ ਨੇ, ਫਿਲਾਸਫਰ ਹਨ, ਚਿੰਤਕ ਹਨ, ਦਾਰਸ਼ਨਿਕ ਨੇ, ਵੀ ਉਹ ਲਿਵ ਲਾ ਕੇ ਚਿੱਤ ਬਿਰਤੀ ਨੂੰ ਜੋੜ ਕੇ ਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਆਖਣ ਦਾ ਯਤਨ ਕਰ ਰਹੇ ਨੇ, ਕਰਨਗੇ ਵੀ। ਪਰ ਹਜ਼ੂਰ ਕਹਿੰਦੇ ਅਖੀਰ ਉਹ ਵੀ ਰਹਿ ਜਾਂਦੇ ਨੇ, ਉਹ ਵੀ ਥੱਕ ਜਾਂਦੇ ਨੇ, ਉਹ ਵੀ ਨਹੀਂ ਉਸ ਦਾ ਅੰਤ ਪਾ ਸਕਦੇ, ਕਿਉਂਕਿ ਸਤਿਗੁਰੂ ਨੇ ਪਿੱਛੇ ਫੈਸਲਾ ਕਰ ਦਿੱਤਾ ਸੀ, ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਵੀ ਕਰੋੜਾਂ ਲੋਕਾਂ ਨੇ ਵਾਹਿਗੁਰੂ ਦੀ ਕਥਾ ਬਿਆਨ ਕੀਤੀ ਹੈ, ਹੁਣ ਵੀ ਕਰ ਰਹੇ ਨੇ, ਅੱਗੇ ਨੂੰ ਵੀ ਕਰਨਗੇ, ਪਰ ਤੋਟ ਨਹੀਂ ਆਵੇਗੀ। ਇਸੇ ਲਈ ਹਜ਼ੂਰ ਕਹਿੰਦੇ ਕਹਿਣ ਵਾਲੇ ਲਿਵ ਲਾ ਕੇ ਤੇ ਐਨ ਪੂਰਾ ਧਿਆਨ ਦੇ ਕੇ ਵੀ ਕਹਿਣ ਦਾ ਯਤਨ ਕਰਦੇ ਨੇ, ਪਰ ਉਹ ਵੀ ਆਖ ਨਹੀਂ ਸਕਦੇ, ਉਹ ਵੀ ਅਖੀਰ ਰਹਿ ਜਾਂਦੇ ਹਨ, ਥੱਕ ਜਾਂਦੇ ਹਨ। ਆਖਹਿ ਵੇਦ ਪਾਠ ਪੁਰਾਣ। ਫਿਰ ਮਹਾਰਾਜ ਸਾਨੂੰ ਦੱਸੋ ਵੀ ਉਹ ਕੌਣ ਕੌਣ ਆਖਦੇ ਨੇ, ਕਿਵੇਂ ਆਖਦੇ ਨੇ। ਹਜ਼ੂਰ ਕਹਿੰਦੇ ਆਖਹਿ ਵੇਦ ਪਾਠ ਪੁਰਾਣ। ਕਈ ਐਸੇ ਵਿਦਵਾਨ ਨੇ ਜਿਹੜੇ ਵੇਦਾਂ ਦੇ ਪ੍ਰਮਾਣ ਦੇ ਦੇ ਕੇ, ਵੇਦਾਂ ਦੇ ਮੰਤਰ ਪੜ੍ਹ ਪੜ੍ਹ ਕੇ ਤੇ ਧਰਮ ਸ਼ਾਸਤਰਾਂ ਦੇ ਪਾਠ ਕਰ ਕਰਕੇ ਤੇ ਪੁਰਾਣਾਂ ਦੇ ਹਵਾਲੇ ਦੇ ਦੇ ਕੇ ਉਸ ਵਾਹਿਗੁਰੂ ਦੇ ਜਸ ਨੂੰ ਆਖਦੇ ਹਨ। ਆਖਹਿ ਪੜ੍ਹੇ ਕਰੇ ਵਖਿਆਣ। ਬਹੁਤ ਸਾਰੇ ਐਸੇ ਪੜ੍ਹੇ ਲਿਖੇ ਲੋਕ ਵੀ ਹਨ, ਕਰਹਿ ਵਖਿਆਣ, ਜਿਹੜੇ ਵਿਆਖਿਆ ਕਰ ਕਰਕੇ, ਖੁਲਾਸਾ ਕਰ ਕਰਕੇ, ਅਨੁਵਾਦ ਕਰ ਕਰਕੇ ਲੋਕਾਂ ਨੂੰ ਸੁਣਾਉਂਦੇ ਨੇ। ਉਹ ਇਸ ਢੰਗ ਦੇ ਨਾਲ ਵਾਹਿਗੁਰੂ ਦੇ ਜਸ ਨੂੰ ਆਖਦੇ ਨੇ, ਪਰ ਉਹ ਵੀ ਪੂਰਾ ਕਹਿ ਨਹੀਂ ਸਕਦੇ। ਆਖਹਿ ਬਰਮੈ ਆਖਹਿ ਇੰਦ। ਲੋ ਹਜ਼ੂਰ ਕਹਿੰਦੇ ਨੇ ਭਾਈ ਬ੍ਰਹਮੇ ਜਿਹੜੇ ਦੇਵਤੇ ਨੇ, ਬ੍ਰਹਮਾ ਜਿਹੜਾ ਹੈ ਸ੍ਰਿਸ਼ਟੀ ਦਾ ਕਰਤਾ ਵੀ ਮੰਨਿਆ ਹੈ, ਪਰ ਸਤਿਗੁਰੂ ਕਹਿੰਦੇ ਬ੍ਰਹਮਾ ਇੱਕ ਨੇ, ਕਰੋੜਾਂ ਹੀ ਨੇ। ਕਲਗੀਧਰ ਪਾਤਸ਼ਾਹ ਦੇ ਬਚਨ ਹੈ, ਕਈ ਰਾਮ ਬਾਰ ਬੁਹਾਰ, ਕਈ ਕ੍ਰਿਸ਼ਨ ਆਓ ਮੁਖਚਾਰ। ਮੁਖਚਾਰ ਤੋਂ ਭਾਵ ਹੈ ਬ੍ਰਹਮਾ ਦਾ। ਕਈ ਰਾਮਚੰਦਰ ਵਰਗੇ ਅਵਤਾਰ ਵਾਹਿਗੁਰੂ ਦੇ ਝਾੜੂ ਬਰਦਾਰ ਨੇ, ਝਾੜੂ ਬਰਦਾਰ। ਕਈ ਕ੍ਰਿਸ਼ਨ ਆਓ ਮੁਖਚਾਰ, ਕਈ ਕ੍ਰਿਸ਼ਨ ਤੇ 4 ਮੂੰਹਾਂ ਵਾਲੇ ਬ੍ਰਹਮਾ ਵਰਗੇ ਦੇਵਤੇ ਵੀ ਵਾਹਿਗੁਰੂ ਦੇ ਦਰ ਦੇ ਪਾਣੀ ਹਾਰ ਨੇ, ਪਾਣੀ ਢੋਂਦੇ ਨੇ, ਸੇਵਾ ਕਰਦੇ ਨੇ। ਹਜ਼ੂਰ ਕਹਿੰਦੇ ਆਖਿਆ ਬਰਮੇ ਆਖਿਆ ਇੰਦ। ਵੀ ਜਿਹੜੇ ਬਰਮੇ ਨੇ, ਬਰਮੇ ਬਹੁ ਵਚਨ ਹੈ, ਉਹ ਵੀ ਵਾਹਿਗੁਰੂ ਦੇ ਜਸ ਨੂੰ ਆਖਦੇ ਨੇ, ਆਖਿਆ ਇੰਦ। ਇੰਦ ਕਹਿੰਦੇ ਨੇ ਦੇਵਤਿਆਂ ਦੇ ਪਾਤਸ਼ਾਹ ਨੂੰ, ਉਸ ਦਾ ਨਾਮ ਹੈ ਇੰਦਰ, ਜਿਹੜਾ ਸਵਰਗ ਦਾ ਰਾਜਾ ਹੈ। ਉਹ ਇੱਕ ਨਹੀਂ, ਉਹ ਵੀ ਕਰੋੜਾਂ ਹੀ ਇੰਦਰ ਨੇ, ਉਹ ਵੀ ਵਾਹਿਗੁਰੂ ਦੇ ਜਸ ਨੂੰ ਆਖਦੇ ਹਨ। ਆਖਹਿ ਗੋਪੀ ਤੈ ਗੋਬਿੰਦ। ਲੋ ਹਜ਼ੂਰ ਕਹਿੰਦੇ ਨੇ ਭਾਈ ਆ ਜਿਹੜੀਆਂ ਗੋਪੀਆਂ ਨੇ ਤੇ ਗੋਬਿੰਦ ਦਾ ਅਰਥ ਹੈ
ਗਊਆਂ ਦੇ ਰਖਵਾਲੇ ਗਵਾਲੇ, ਗੋਪੀਆਂ ਵੀ ਤੇ ਗਵਾਲੇ ਵੀ, ਉਹ ਵੀ ਸਾਰੇ ਵਾਹਿਗੁਰੂ ਦੇ ਜਸ ਨੂੰ ਆਖਦੇ ਨੇ। ਵੈਸੇ ਇਹ ਗੋਬਿੰਦ ਕ੍ਰਿਸ਼ਨ ਜੀ ਦਾ ਨਾਮ ਹੈ, ਕਿਉਂਕਿ ਉਹਨਾਂ ਨੇ ਵੀ ਗਊਆਂ ਚਾਰੀਆਂ ਸਨ ਤੇ ਨਾਲ ਗੋਪੀਆਂ ਗਵਾਲਿਆਂ ਦੇ ਨਾਲ ਮਿਲ ਕੇ ਗਊਆਂ ਚਾਰਦੇ ਰਹੇ। ਹਜ਼ੂਰ ਕਹਿੰਦੇ ਭਾਈ ਜਿਹੜੀਆਂ ਗੋਪੀਆਂ ਨੇ, ਰਾਧਕਾ ਤੇ ਰੁਕਮਣੀ ਆਦਿਕ ਤੇ ਗੋਬਿੰਦ ਕ੍ਰਿਸ਼ਨ ਵਰਗੇ ਜਿਹੜੇ ਅਵਤਾਰ ਨੇ, ਉਹ ਵੀ ਸਾਰੇ ਵਾਹਿਗੁਰੂ ਦੇ ਜਸ ਨੂੰ ਆਖਦੇ ਹਨ। ਆਖ ਹੈ ਈਸ਼ਰ ਆਖ ਹੈ ਸਿੱਧ। ਹੋਰ ਮਹਾਰਾਜ ਕੌਣ ਕੌਣ ਆਖਦੇ ਨੇ? ਹਜ਼ੂਰ ਕਹਿੰਦੇ ਈਸ਼ਰ ਦਾ ਅਰਥ ਹੈ ਸ਼ਿਵ ਜੀ। ਸ਼ਿਵ ਜੀ ਵੀ ਇੱਕ ਨਹੀਂ ਅਨੇਕਾਂ ਨੇ, ਕਿਉਂਕਿ ਵਾਹਿਗੁਰੂ ਦੀ ਰਚਨਾ ਮਹਾਨ ਹੈ। ਜਿੰਨੇ ਸ਼ਿਵ ਜੀ ਨੇ ਉਹ ਵੀ ਸਾਰੇ ਵਾਹਿਗੁਰੂ ਦੇ ਜਸ ਨੂੰ ਆਖਦੇ ਨੇ। ਤੇ ਆਖ ਹੈ ਸਿੱਧ, ਵੀ ਜਿਹੜੇ ਸਿੱਧ ਸ਼ਕਤੀ ਵਾਲੇ ਲੋਕ ਨੇ, ਰਿੱਧੀਆਂ ਸਿੱਧੀਆਂ ਦੇ ਮਾਲਕ ਨੇ, ਉਹ ਵੀ ਉਸ ਵਾਹਿਗੁਰੂ ਦੇ ਜਸ ਨੂੰ ਆਖਦੇ ਹਨ। ਆਖ ਹੈ ਕਿਤੇ ਕੀਤੇ ਬੁੱਧ। ਹਜ਼ੂਰ ਕਹਿੰਦੇ ਨੇ ਉਸ ਵਾਹਿਗੁਰੂ ਦੇ ਪੈਦਾ ਕੀਤੇ ਹੋਏ ਕਿੰਨੇ ਹੀ ਜਿਹੜੇ ਬੁੱਧ ਨੇ, ਬੁੱਧ ਅਵਤਾਰ ਨੇ। ਜਿਵੇਂ ਇੱਕ ਜਿਹੜਾ ਬੁੱਧ ਅਵਤਾਰ ਹੋਇਆ ਮਹਾਤਮਾ ਬੁੱਧ, ਉਹਦਾ ਵੀ ਜ਼ਿਕਰ ਹੈ, ਪਰ ਬੁੱਧ ਇੱਕ ਨਹੀਂ। ਬੁੱਧ ਦਾ ਅਰਥ ਹੁੰਦਾ ਗਿਆਨਵਾਨ। ਅਨੇਕਾਂ ਹੀ ਜਿਹੜੇ ਬੁੱਧ ਨੇ, ਬੋਧ ਅਵਤਾਰ ਨੇ, ਗਿਆਨਵਾਨ ਪੁਰਸ਼ ਨੇ, ਉਹ ਵੀ ਵਾਹਿਗੁਰੂ ਦੇ ਜਸ ਨੂੰ ਆਖ ਰਹੇ ਹਨ। ਆਖ ਹੈ ਦਾਨਵ ਆਖ ਹੈ ਦੇਵ। ਲਓ ਹੋਰ ਗੱਲਾਂ ਛੱਡੋ। ਹਜ਼ੂਰ ਕਹਿੰਦੇ ਜਿਹੜੇ ਦਾਨਵ ਦਾ ਅਰਥ ਹੈ ਰਾਖਸ਼ ਨੇ, ਉਹ ਵੀ ਵਾਹਿਗੁਰੂ ਦੇ ਜਸ ਨੂੰ ਆਖਦੇ ਨੇ। ਤੇ ਆਖ ਹੈ ਦੇਵਤੇ, ਜਿਹੜੇ ਦੇਵਤੇ ਨੇ, ਉਹ ਵੀ ਵਾਹਿਗੁਰੂ ਦੇ ਜਸ ਨੂੰ ਆਖਦੇ ਨੇ। ਇਹਦਾ ਮਤਲਬ ਇਹ ਹੈ ਵੀ ਸਾਰੀ ਸ੍ਰਿਸ਼ਟੀ ਵਾਹਿਗੁਰੂ ਦੇ ਜਸ ਨੂੰ ਉਚਾਰਨ ਕਰ ਰਹੀ ਹੈ। ਆਖ ਹੈ ਸੁਰ ਨਰ ਮਨ ਜਨ ਸੇਵ। ਹੋਰ ਮਹਾਰਾਜ ਕੌਣ ਕੌਣ ਆਖਦੇ ਨੇ? ਹਜ਼ੂਰ ਕਹਿੰਦੇ ਆਖ ਹੈ ਸੁਰ ਨਰ, ਵੀ ਜਿਹੜੇ ਮਨੁੱਖ ਤੋਂ ਦੇਵਤੇ ਬਣੇ ਨੇ। ਇੱਕ ਤਾਂ ਸਿੱਧੇ ਦੇਵਤੇ ਆ ਨਾ, ਇੱਕ ਜਿਹੜੇ ਮਨੁੱਖਾ ਦੇਹ ਨੂੰ ਪ੍ਰਾਪਤ ਕਰਕੇ ਕੋਈ ਪੁੰਨ ਕਰਮ ਕਰਦੇ ਨੇ, ਫਿਰ ਉਹਨਾਂ ਨੂੰ ਦੇਵਦੇਹੀ ਮਿਲਦੀ ਹੈ। ਆਖਿਆ ਹੈ ਸੁਰ ਨਰ। ਸੁਰ ਨਰ ਉਹ ਜਿਹੜੇ ਮਨੁੱਖ ਤੋਂ ਦੇਵਤੇ ਬਣੇ ਨੇ, ਉਹ ਵੀ ਵਾਹਿਗੁਰੂ ਦੇ ਜਸ ਨੂੰ ਆਖਦੇ ਨੇ। ਤੇ ਮੋਨ ਜਾਨ ਸੇਵ, ਤੇ ਜਿਹੜੇ ਮੁਨੀ ਜਾਨ, ਮੁਨੀ ਲੋਕ ਹਨ। ਜਿਹੜਾ ਮੁਨੀ ਸ਼ਬਦ ਹੈ, ਮੋਨੀ ਸ਼ਬਦ ਤੋਂ ਮੁਨੀ ਸ਼ਬਦ ਬਣੇ, ਵੀ ਜਿਹੜੇ ਬਿਲਕੁਲ ਮੌਨ ਧਾਰ ਕੇ ਭਗਤੀ ਕਰਦੇ ਨੇ, ਤਪੱਸਿਆ ਕਰਦੇ ਨੇ, ਬੋਲਦੇ ਨਹੀਂ ਕਿਸੇ ਨਾਲ, ਐਸੇ ਜਿਹੜੇ ਮੁਨੀ ਲੋਕ ਹਨ, ਉਹ ਵੀ। ਤੇ ਸੇਵ ਦਾ ਅਰਥ ਹੈ ਜਿਹੜੇ ਹੋਰ ਸੇਵਾ ਕਰਨ ਵਾਲੇ ਨੇ, ਉਹ ਵੀ ਸਾਰੇ ਤੇਰੇ ਜਸ ਨੂੰ ਆਖਦੇ ਹਨ। ਕੀਤੇ ਆਖ ਹੈ ਆਖਣ ਪਾਏ। ਲੋ ਹਜ਼ੂਰ ਕਹਿੰਦੇ ਨੇ ਕੀਤੇ ਆਖ ਹੈ, ਕਿੰਨੇ ਤਾਂ ਹੁਣ ਇਸ ਵਰਤਮਾਨ ਕਾਲ ਦੇ ਵਿੱਚ ਤੇਰੇ ਜਸ ਨੂੰ ਆਖਦੇ ਨੇ। ਤੇ ਆਖਣ ਪਾਹੇ, ਇਹ ਭਵਿੱਖਵਾਚੀ ਕਿਰਿਆ ਹੈ, ਵੀ ਅੱਗੇ ਵਾਸਤੇ ਵੀ ਬਹੁਤ ਸਾਰੇ ਲੋਕ ਕਹਿਣਗੇ, ਹੁਣ ਵੀ ਆਖਦੇ ਨੇ, ਤੇ ਅੱਗੇ ਵਾਸਤੇ ਵੀ ਉਹ ਤੇਰੇ ਜਸ ਨੂੰ ਉਚਾਰਨ ਕਰਨਗੇ। ਕੀਤੇ ਕਹਿ ਉੱਠ ਉੱਠ ਜਾਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਿੰਨੇ ਇਹੋ ਜਿਹੇ ਵੀ ਲੋਕ ਨੇ ਜਿਹੜੇ ਵਾਹਿਗੁਰੂ ਦੇ ਜਸ ਨੂੰ ਕਹਿ ਕੇ ਤੇ ਉੱਠ ਉੱਠ ਜਾਏ, ਇਥੋਂ ਉੱਠ ਉੱਠ ਕੇ ਤੁਰੇ ਵੀ ਜਾਂਦੇ ਨੇ। ਕਿਉਂਕਿ ਮਨੁੱਖ ਦੀ ਉਮਰ ਕਿੰਨੀ ਕੁ ਹੈ? ਕੋਈ 100 ਸਾਲ, ਕੋਈ 150 ਸਾਲ ਜੀ ਲਵੇਗਾ। ਚਲੋ ਜਿਹੜੇ ਪੁਰਾਣੇ ਲੋਕ ਸਨ, ਉਹਨਾਂ ਦੀਆਂ ਉਮਰਾਂ ਵਧੇਰੇ ਲੰਬੀਆਂ ਸਨ, ਪਰ ਆਖਰ ਜਾਣਾ ਤੇ ਸਾਰਿਆਂ ਨੂੰ ਹੀ ਪੈਂਦਾ। ਕਿਉਂਕਿ ਸਤਿਗੁਰੂ ਦੀ ਬਾਣੀ ਦਾ ਇਹ ਅਟਲ ਫੈਸਲਾ ਹੈ, ਰਾਣਾ ਰਾਉ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਤੀਰ। ਆਪੋ ਆਪਣੀ ਵਾਰੀ ਅਨੁਸਾਰ ਰਾਮ ਗਇਓ ਰਾਵਣ ਗਇਓ, ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਸਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਹਜ਼ੂਰ ਕਹਿੰਦੇ ਕਿੰਨੇ ਕਹਿ ਕੇ ਇਥੋਂ ਉੱਠ ਕੇ ਪਾਏ ਤੁਰ ਗਏ ਨੇ, ਤੇ ਕਈ ਉੱਠ ਉੱਠ ਕੇ ਜਾ ਰਹੇ ਨੇ। ਤੇ ਜਿਹੜੇ ਰਹਿੰਦੇ ਨੇ, ਰਹਿੰਦੇ ਪੀ ਫੁਨ ਜਾਹੇ, ਉਹਨਾਂ ਨੇ ਵੀ ਇੱਕ ਦਿਨ ਤੁਰ ਜਾਣਾ ਹੈ। ਇਤੇ ਕੀਤੇ ਹੋਰ ਕਰੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਈ ਇੰਨੇ ਤਾਂ ਵਾਹਿਗੁਰੂ ਨੇ ਪਹਿਲਾਂ ਹੀ ਪੈਦਾ ਕੀਤੇ ਹੋਏ ਨੇ। ਆ ਜਿਹੜੇ ਪੀਰ, ਪੈਗੰਬਰ, ਅਵਤਾਰ, ਰਿਸ਼ੀ, ਮੁਨੀ, ਦੇਵਤੇ, ਜਿਨ੍ਹਾਂ ਦੀ ਪਿੱਛੇ ਵਿਚਾਰ ਸੁਣ ਚੁੱਕੇ ਹੋ, ਤੇ ਹੋਰ ਕਰੇ। ਤੇ ਜੇ ਵਾਹਿਗੁਰੂ ਹੋਰ ਵੀ ਅੱਗੇ ਭਾਈ ਹੋਰ ਬੇਅੰਤ ਪੈਦਾ ਕਰ ਸਕਦਾ ਹੈ, ਕਿਉਂਕਿ ਉਹ ਸਮਰੱਥ ਹੈ, ਜੋ ਮਰਜ਼ੀ ਕਰ ਲਵੇ। ਜਿੰਨੇ ਉਸਨੇ ਪਹਿਲਾਂ ਪੈਦਾ ਕੀਤੇ ਹੋਏ ਨੇ, ਉਸ ਤੋਂ ਵੀ ਵੱਧ ਹੋਰ ਜਿੰਨੇ ਮਰਜ਼ੀ ਉਹ ਪੈਦਾ ਕਰ ਦੇਵੇ। ਤਾਂ ਆਖ ਨਾ ਸਕਹਿ ਕਈ ਕੇ। ਹਜ਼ੂਰ ਕਹਿੰਦੇ ਨੇ ਕਈ ਕੇ, ਉਹਨਾਂ ਸਾਰਿਆਂ ਦੇ ਵਿੱਚੋਂ, ਬਈ ਕਈ ਕੇ ਦਾ ਅਰਥ ਹੈ ਕੋਈ ਵੀ ਆਖ ਨਾ ਸਕਹਿ, ਉਸ ਵਾਹਿਗੁਰੂ ਦੇ ਜਸ ਨੂੰ ਆਖ ਨਹੀਂ ਸਕਦੇ।
ਜਿੰਨੇ ਵਾਹਿਗੁਰੂ ਨੇ ਹੁਣ ਤੱਕ ਬੜੇ ਬੜੇ ਅਵਤਾਰ, ਪੀਰ, ਪੈਗੰਬਰ, ਵਿਦਵਾਨ ਲੋਕ ਪੈਦਾ ਕੀਤੇ ਨੇ, ਇੰਨੇ ਹੋਰ ਵੀ ਉਹ ਪੈਦਾ ਕਰ ਦੇਵੇ ਤੇ ਤਾਂ ਵੀ ਉਹ ਸਾਰੇ ਰਲ ਕੇ ਵੀ ਯਤਨ ਕਰਨ ਤਾਂ ਵੀ, ਤੇ ਜੇ ਕੱਲੇ ਕੱਲੇ ਸਿਆਣੇ ਹੋ ਕੇ ਯਤਨ ਕਰਨ ਤਾਂ ਵੀ ਉਸ ਵਾਹਿਗੁਰੂ ਦੇ ਜਸ ਨੂੰ ਆਖ ਨਹੀਂ ਸਕਦੇ। ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪਿੱਛੇ ਵੀ ਇਹ ਬਚਨ ਆਖੇ ਸਨ। ਸਤਿਗੁਰੂ ਦੇ ਬਚਨ ਸਨ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਇੱਕ ਤੋਂ ਇੱਕ ਸਿਆਣਾ ਹੋ ਕੇ ਵਾਹਿਗੁਰੂ ਦੇ ਬਾਰੇ ਦੱਸਣ ਦਾ ਯਤਨ ਕਰਦਾ ਹੈ ਵੀ ਮੈਂ ਦੂਸਰੇ ਨਾਲੋਂ ਵੱਧ ਦੱਸ ਸਕਦਾ ਹਾਂ। ਪਰ ਹਜ਼ੂਰ ਕਹਿੰਦੇ ਨੇ, ਭਾਈ ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲਵੇ ਪਰ ਵਾਹਿਗੁਰੂ ਦੇ ਜਸ ਨੂੰ ਕੋਈ ਵੀ ਨਹੀਂ ਆਖ ਸਕਦਾ। ਜੇ ਵਡ ਭਾਵੈ ਤੇ ਵਡ ਹੋਏ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਹਦਾ ਕਾਰਨ ਕੀ ਹੈ, ਕਿਉਂ ਨਹੀਂ ਵਾਹਿਗੁਰੂ ਦਾ ਜਸ ਆਖਿਆ ਜਾ ਸਕਦਾ? ਇਹਦਾ ਕਾਰਨ ਇਹ ਹੈ, ਹਜ਼ੂਰ ਕਹਿੰਦੇ ਜੇ ਵਡ ਭਾਵੈ ਤੇ ਵਡ ਹੋਏ। ਉਹ ਵਾਹਿਗੁਰੂ ਨੂੰ ਜਿੰਨਾ ਵੱਡਾ ਹੋਣਾ ਪਾਉਂਦਾ ਹੈ ਤੇ ਉਤਨਾ ਹੀ ਉਹ ਵੱਡਾ ਹੋ ਜਾਂਦਾ। ਜੇ ਆਪਾਂ ਇਹ ਸਮਝੀਏ ਵੀ ਹੁਣ ਮਨੁੱਖ ਦਾ ਤੇ ਆਕਾਰ ਇੱਕੋ ਜਿਹਾ ਹੀ ਹੈ ਨਾ, ਹੌਲੀ ਹੌਲੀ ਵੱਧਦਾ ਹੈ ਫਿਰ ਖਤਮ ਹੋ ਜਾਂਦਾ। ਪਰ ਵਾਹਿਗੁਰੂ ਪਰਮੇਸ਼ਰ ਦੀ ਹਸਤੀ ਐਸੀ ਹੈ, ਉਹ ਜਿੱਡਾ ਵੱਡਾ ਹੋਣਾ ਚਾਹੁੰਦਾ ਹੈ ਓਡਾ ਵੱਡਾ ਹੀ ਹੋ ਜਾਂਦਾ ਹੈ, ਕਿਉਂਕਿ ਉਹ ਸਮਰੱਥ ਹੈ। ਹੁਣ ਤੁਸੀਂ ਆ ਵੇਖ ਲਓ, ਜਿਹੜਾ ਸੰਸਾਰ ਉਸਨੇ ਬਣਾਇਆ ਹੈ, ਆ ਲੱਖਾਂ ਤਾਰੇ ਨੇ, ਧਰਤੀਆਂ ਨੇ, ਮੰਡਲ ਨੇ, ਇਹ ਕਿਤਨਾ ਵੱਡਾ ਸੰਸਾਰ ਹੈ। ਤੇ ਹੈਰਾਨੀ ਦੀ ਗੱਲ ਇਹ ਹੈ, ਇਹਦੇ ਬਾਰੇ ਵੀ ਸਾਇੰਸਦਾਨਾਂ ਨੇ ਇਹ ਗੱਲ ਆਖੀ ਹੈ ਵੀ ਹੋਰ ਵੱਡਾ ਹੋਈ ਜਾ ਰਿਹਾ ਹੈ। ਜੀਵੜ ਭਾਵੈ ਤੇਵੜ ਹੋਏ, ਇਹ ਘਟਦਾ ਨਹੀਂ। ਇਹ ਜਿਹੜਾ ਬ੍ਰਹਿਮੰਡ ਹੈ, ਸੰਸਾਰ ਹੈ, ਹੋਰ ਵੱਡਾ ਹੋਈ ਜਾਂਦਾ ਹੈ। ਇਸੇ ਲਈ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਚਨ ਆਖੇ ਹਨ, ਸੂਖਮ ਤੇ ਸੂਖਮ ਕਰ ਚੀਨੇ ਬਿਰਧਨ ਬਿਰਧ ਬਤਾਏ। ਕਈਆਂ ਨੇ ਸੂਖਮ ਚੀਜ਼ਾਂ ਦੀ ਭਾਲ ਕੀਤੀ ਆ, ਉਹਨਾਂ ਨੇ ਵਾਹਿਗੁਰੂ ਨੂੰ ਸੂਖਮ ਤੋਂ ਸੂਖਮ ਕਹਿ ਦਿੱਤਾ, ਤੇ ਕਈਆਂ ਨੇ ਬ੍ਰਹਿਮੰਡ ਦੀ ਖੋਜ ਕੀਤੀ ਹੈ ਤੇ ਉਹਨਾਂ ਨੇ ਵਾਹਿਗੁਰੂ ਨੂੰ ਵੱਡਿਆਂ ਤੋਂ ਵੱਡਾ ਦੱਸ ਦਿੱਤਾ। ਇਹ ਵਾਹਿਗੁਰੂ ਦੀ ਅਚਰਜੀ ਖੇਡ ਹੈ, ਉਹ ਸੂਖਮ ਵੀ ਹੋ ਜਾਂਦਾ ਤੇ ਵੱਡਾ ਵੀ ਹੋ ਜਾਂਦਾ। ਜੇਵੜ ਭਾਵੈ ਤੇਵੜ ਹੋਏ, ਇਹ ਵਾਹਿਗੁਰੂ ਦੀ ਆਪਣੀ ਇਹ ਅਜ਼ਮਤ ਹੈ, ਆਪਣੀ ਇਹ ਉਸ ਦੀ ਸ਼ਕਤੀ ਹੈ। ਉਹ ਜਿਤਨਾ ਵੱਡਾ ਹੋਣਾ ਚਾਹੇ ਉਤਨਾ ਹੀ ਵੱਡਾ ਹੋ ਜਾਂਦਾ ਹੈ। ਜਿਵੇਂ ਇੱਕ ਸਿੱਧੀ ਵੀ ਹੈ, ਅਣਮਾ ਸਿੱਧੀ ਉਹਨੂੰ ਕਹਿੰਦੇ ਨੇ। ਜਿਹੜੀ ਅਣਮਾ ਸਿੱਧੀ ਹੈ ਨਾ, ਉਹਦੇ ਵਿੱਚ ਮਨੁੱਖ ਆਪਣੇ ਸਰੀਰ ਨੂੰ ਬਿਲਕੁਲ ਅਣੂ ਵਰਗਾ ਵੀ ਕਰ ਲੈਂਦਾ, ਪਰਮਾਣੂ ਵਰਗਾ, ਪਤਾ ਹੀ ਨਹੀਂ ਲੱਗਦਾ ਵੀ ਹਵਾ ਵਿੱਚ ਹੀ ਉੱਡਿਆ ਫਿਰੇ। ਇਹ ਸਿੱਧੀ ਵੀ ਹੈ। ਤੇ ਇੱਕ ਸਿੱਧੀ ਹੋਰ ਵੀ ਹੈ, ਜਿਸ ਨੂੰ ਕਹਿੰਦੇ ਨੇ ਜਿਤਨਾ ਵੱਡਾ ਹੋਣਾ ਚਾਹੇ ਆਪਣੇ ਆਕਾਰ ਨੂੰ ਉਤਨਾ ਵੱਡਾ ਵੀ ਉਹ ਕਰ ਸਕਦੇ। ਰਿੱਧੀਆਂ ਸਿੱਧੀਆਂ ਵਿੱਚ ਵੀ ਇਹ ਚੀਜ਼ਾਂ ਆਉਂਦੀਆਂ ਨੇ। ਪਰ ਵਾਹਿਗੁਰੂ ਪਰਮੇਸ਼ਰ ਤਾਂ ਭਾਈ ਉਹ ਤੇ ਬਹੁਤ ਹੀ ਵੱਡਾ, ਰਿੱਧੀਆਂ ਸਿੱਧੀਆਂ ਵਾਲਿਆਂ ਨਾਲੋਂ ਵੀ। ਉਹ ਤਾਂ ਸਾਰੇ ਉਸ ਦਾ ਜਸ ਹੀ ਗਾਉਂਦੇ ਨੇ। ਹਜ਼ੂਰ ਕਹਿੰਦੇ ਨੇ ਉਹ ਵੀ ਪੂਰੀ ਤਰ੍ਹਾਂ ਨਹੀਂ ਕਹਿ ਸਕਦੇ। ਤੇ ਵਾਹਿਗੁਰੂ ਪਰਮੇਸ਼ਰ ਜਿਤਨਾ ਵੱਡਾ ਹੈ ਉਤਨਾ ਵੱਡਾ ਤੇ ਕੋਈ ਹੋਰ ਹੋ ਹੀ ਨਹੀਂ ਸਕਦਾ। ਇਸੇ ਲਈ ਉਹਦਾ ਅੰਤ ਜਾਣਨਾ, ਉਹਦੇ ਬਾਰੇ ਕੁਝ ਵੀ ਬਿਆਨ ਕਰਨਾ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਉਹ ਤੇ ਜਿਤਨਾ ਵੱਡਾ ਹੋਣਾ ਚਾਹੁੰਦਾ ਉਤਨਾ ਹੀ ਵੱਡਾ ਹੋ ਜਾਂਦਾ ਹੈ, ਤੇ ਜਿਤਨਾ ਛੋਟਾ ਹੋਣਾ ਚਾਹੁੰਦਾ ਛੋਟਾ ਵੀ ਬਣ ਜਾਂਦਾ ਹੈ। ਇਸੇ ਲਈ ਉਹਦੇ ਬਾਰੇ ਬਿਆਨ ਕਰਨਾ ਬਹੁਤ ਔਖੀ ਗੱਲ ਹੈ। ਨਾਨਕ ਜਾਣੈ ਸਾਚਾ ਸੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਸੱਚਾ ਅਕਾਲ ਪੁਰਖ ਵਾਹਿਗੁਰੂ ਇਹਦੇ ਬਾਰੇ ਆਪ ਹੀ ਜਾਣਦਾ ਹੈ ਵੀ ਉਹਦਾ ਆਕਾਰ ਕਿਤਨਾ ਕੁ ਵੱਡਾ ਹੈ, ਕਿਤਨਾ ਕੁ ਛੋਟਾ ਹੈ, ਕਿੰਨਾ ਸੂਖਮ ਹੈ, ਕਿੰਨਾ ਅਸੂਲ ਹੈ। ਇਹਦੇ ਬਾਰੇ ਉਹ ਵਾਹਿਗੁਰੂ ਆਪ ਹੀ ਜਾਣਦਾ ਹੈ, ਹੋਰ ਕੋਈ ਨਹੀਂ ਜਾਣ ਸਕਦਾ। ਕਿਉਂਕਿ ਹੋਰ ਏਵਡ ਉੱਚਾ ਹੋਵੇ ਕੋਈ ਤੇ ਸੂਚੇ ਕੋ ਜਾਣੈ ਸੋਏ। ਜੇ ਕੋਈ ਓਨਾ ਉੱਚਾ ਓਨਾ ਵੱਡਾ ਕੋਈ ਹੋਰ ਹੋਵੇ ਫਿਰ ਤੇ ਉਹ ਦੱਸ ਸਕਦਾ ਹੈ, ਪਰ ਉਹਦੇ ਵਰਗਾ ਕੋਈ ਹੋਰ ਹੈ ਹੀ ਨਹੀਂ। ਫਿਰ ਕਿਵੇਂ ਉਹਦੇ ਬਾਰੇ ਕੋਈ ਦੱਸ ਸਕਦਾ ਹੈ? ਇਸੇ ਲਈ ਹਜ਼ੂਰ ਕਹਿੰਦੇ ਨੇ ਉਹ ਆਪਣੇ ਬਾਰੇ ਕਿਤਨਾ ਵੱਡਾ ਹੈ, ਇਹਦੇ ਬਾਰੇ ਉਹ ਸੱਚਾ ਅਕਾਲ ਪੁਰਖ ਆਪ ਹੀ ਜਾਣਦਾ ਹੈ। ਜੇ ਕੋ ਆਖੈ ਬੋਲ ਵਿਗਾੜ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਈ ਕਈ ਐਸੇ ਵੀ ਵਤੰਡਾਵਾਦੀ ਲੋਕ ਨੇ, ਕਈ ਐਸੇ ਵੀ ਪੜ੍ਹੇ ਲਿਖੇ ਮੂਰਖ ਨੇ, ਬੋਲ ਵਿਗਾੜ ਉਹਨਾਂ ਨੂੰ ਕਹਿੰਦੇ ਨੇ, ਜਿਹੜੇ ਬੋਲਤ ਬੜਾ ਬੇਕਾਰਾ। ਉਹ ਗੱਲ ਕਰਦਿਆਂ ਕਰਦਿਆਂ ਲੜਨਾ ਸ਼ੁਰੂ ਕਰ ਦਿੰਦੇ ਨੇ। ਕਿ ਐਸੇ ਵੀ ਲੋਕ ਨੇ ਬੋਲ ਵਿਗਾੜ, ਜਿਹੜੇ ਆਪਣੇ ਆਪ ਨੂੰ ਬਹੁਤ ਉੱਚਾ ਗਿਣਦੇ ਨੇ ਤੇ ਬਹੁਤ ਤਕੜਾ ਵਿਦਵਾਨ ਤੇ ਫਲਸਫਰ ਗਿਣਦੇ ਨੇ,
ਪਰ ਹਜ਼ੂਰ ਉਹਨਾਂ ਨੂੰ ਬੋਲ ਵਿਗਾੜ ਕਹਿੰਦੇ ਨੇ। ਬੋਲ ਵਿਗਾੜ, ਜਿਹੜੇ ਬੋਲ ਕੇ ਵਿਗਾੜਨ ਵਾਲੇ ਨੇ। ਜੇ ਕੋ ਆਖਿਆ ਬੋਲ ਵਿਗਾੜ, ਜਿਹੜਾ ਕੋਈ ਬੋਲ ਵਿਗਾੜ ਆਦਮੀ, ਬੜਬੋਲਾ ਆਦਮੀ, ਜੇ ਕੋਈ ਇਹ ਗੱਲ ਆਖੇ ਨਾ ਬਈ ਮੈਂ ਉਸ ਵਾਹਿਗੁਰੂ ਪਰਮੇਸ਼ਰ ਦੀ ਕੁਦਰਤ ਦੇ ਬਾਰੇ ਕੁਝ ਕਹਿ ਸਕਦਾ ਹਾਂ, ਮੈਂ ਉਸ ਵਾਹਿਗੁਰੂ ਪਰਮੇਸ਼ਰ ਦੀ ਅਜ਼ਮਤ ਬਾਰੇ ਕੁਝ ਕਹਿ ਸਕਦਾ ਹਾਂ, ਤੇ ਸਤਿਗੁਰੂ ਸੱਚੇ ਪਾਤਸ਼ਾਹ ਉਹਨੂੰ ਕੀ ਪਾਈ ਅੱਗੇ ਕੋਈ ਉਹਨੂੰ ਸਿਹਰਾ ਦਿੰਦੇ ਨੇ, ਕੀ ਉਹਨੂੰ ਪਦਵੀ ਦਿੰਦੇ ਨੇ। ਅਗਲੀ ਪੰਕਤੀ ਵਿੱਚ ਹਜ਼ੂਰ ਫਰਮਾਉਂਦੇ ਹਨ, ਤਾਂ ਲਿਖੀਐ ਸਿਰ ਗਾਵਾਰਾ ਗਾਵਾਰ। ਲੋ ਹਜ਼ੂਰ ਕਹਿੰਦੇ ਨੇ ਜਿਹੜਾ ਬੋਲ ਵਿਗਾੜ ਬੰਦਾ ਇਹ ਗੱਲ ਆਖੇ ਨਾ, ਦਾਵਾ ਕਰੇ ਵੀ ਮੈਂ ਵਾਹਿਗੁਰੂ ਪਰਮੇਸ਼ਰ ਬਾਰੇ ਕਹਿ ਸਕਦਾ ਹਾਂ, ਮੈਂ ਉਹਦੇ ਬਾਰੇ ਤੁਹਾਨੂੰ ਚੰਗੀ ਤਰ੍ਹਾਂ ਦੱਸ ਸਕਦਾ ਹਾਂ, ਉਹਦੇ ਬਾਰੇ ਹੁਣ ਤੱਕ ਤਾਂ ਕਿਸੇ ਨੂੰ ਪਤਾ ਨਹੀਂ ਲੱਗਿਆ। ਸਤਿਗੁਰੂ ਨੇ ਆਖਿਆ ਨਾ ਵੀ ਇੱਥੇ ਕੀਤੇ ਹੋਰ ਕਰੇ ਹੈ ਤਾਂ ਆਖ ਨਾ ਸਕਾਂ ਹੈ ਕਈ ਕੇ, ਜਿੰਨੇ ਪਹਿਲਾਂ ਪੈਦਾ ਕੀਤੇ ਨੇ ਇਹਨੇ ਹੋਰ ਵੀ ਵਾਹਿਗੁਰੂ ਪੈਦਾ ਕਰ ਦੇਵੇ ਤਾਂ ਵੀ ਉਹ ਸਾਰੇ ਰਲ ਕੇ ਵਾਹਿਗੁਰੂ ਦਾ ਅੰਤ ਨਹੀਂ ਪਾ ਸਕਦੇ। ਤੇ ਜੇ ਕੋਈ ਮੂਰਖ ਆਦਮੀ ਬੋਲ ਵਿਗਾੜ ਇਹ ਗੱਲ ਆਖੇ ਮੈਂ ਕਹਿ ਸਕਦਾ ਹਾਂ, ਹਜ਼ੂਰ ਕਹਿੰਦੇ ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ। ਫਿਰ ਉਹਦੇ ਸਿਰ ਉੱਤੇ ਇਹ ਇੱਕ ਲੇਖ ਲਿਖਿਆ ਜਾਂਦਾ ਹੈ ਕਿ ਗਾਵਾਰਾਂ ਗਾਵਾਰ। ਇਹ ਮੂਰਖਾਂ ਦਾ ਵੱਡਾ ਮੂਰਖ ਹੈ ਜਿਹੜਾ ਪਰਮੇਸ਼ਰ ਦੇ ਬਾਰੇ ਦਾਵਾ ਕਰੇ ਨਾ ਮੈਂ ਉਹਦੇ ਬਾਰੇ ਕੁਝ ਕਹਿ ਸਕਦਾ ਹਾਂ। ਵੀ ਉਹ ਜਿਹੜੇ ਰੱਬ ਦੀ ਦੁਨੀਆ ਦੇ ਵਿੱਚ ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਹੈ ਨਾ, ਉਹ ਬਿਲਕੁਲ ਚੁੱਪ ਹੋ ਗਏ, ਖਾਮੋਸ਼ ਹੋ ਗਏ, ਸਮਾਧੀ ਵਿੱਚ ਲੀਨ ਹੋ ਗਏ। ਤੇ ਜਿਨ੍ਹਾਂ ਨੇ ਬੋਲਿਆ ਉਹਨਾਂ ਨੇ ਗਵਾ ਲਿਆ। ਇਸੇ ਲਈ ਤਾਂ ਸਤਿਗੁਰੂ ਮਹਾਰਾਜ ਨੇ ਇਹ ਬਚਨ ਕੀਤੇ ਨੇ, ਕਹੋ ਕਬੀਰ ਸ਼ੂਸ਼ਾ ਘਟ ਬੋਲੇ, ਭਰਿਆ ਹੋਏ ਸੋ ਕਬਹੁ ਨਾ ਡੋਲੇ। ਖਾਲੀ ਘੜਾ ਬੋਲਦਾ ਹਵਾ ਨਾਲ, ਪਰ ਜਿਹੜਾ ਭਰਿਆ ਹੋਵੇ ਉਹ ਨਹੀਂ ਬੋਲਦਾ, ਉਹ ਅਡੋਲ ਹੋ ਕੇ ਟਿਕਿਆ ਰਹਿੰਦਾ ਹੈ। ਇਸੇ ਤਰ੍ਹਾਂ ਜਿਹੜੇ ਖਾਲੀ ਘੜੇ ਨੇ, ਅਰਿੱਧੀਆਂ ਸਿੱਧੀਆਂ ਮਾੜੀਆਂ ਮੋਟੀਆਂ ਕੋਈ ਜਾਂ ਕਿਤਾਬੀ ਗਿਆਨ ਸਿੱਖ ਲਿਆ, ਉਹ ਤੇ ਬੋਲਦੇ ਨੇ। ਔਰ ਉਹਨਾਂ ਦੀ ਹਾਲਤ ਇਸ ਤਰ੍ਹਾਂ ਹੈ, ਉਹ ਕਹਿੰਦੇ ਜਿਵੇਂ ਕੋਈ ਆਦਮੀ ਲੋੜ ਤੋਂ ਵੱਧ ਖਾ ਲਵੇ ਨਾ ਤੇ ਉਹਨੂੰ ਉਲਟੀ ਜਿੰਨਾ ਚਿਰ ਨਾ ਆਵੇ ਤੇ ਉਹਦਾ ਮਿਹਦਾ ਨਹੀਂ ਠੀਕ ਹੁੰਦਾ। ਇਸੇ ਤਰ੍ਹਾਂ ਜਿਹੜੇ ਕਈ ਵਿਦਵਾਨ ਕਿਤਾਬੀ ਕੀੜੇ ਇਹੋ ਜਿਹੇ ਨੇ, ਜਿੰਨਾ ਚਿਰ ਉਹ ਆਪਦੀ ਗੱਲ ਨਾ ਕਹਿ ਦੇਣ ਉਹਨਾਂ ਚਿਰ ਉਹਨਾਂ ਦੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ। ਉਹਨਾਂ ਦੇ ਬਾਰੇ ਸਤਿਗੁਰੂ ਕਹਿੰਦੇ ਨੇ ਜੇ ਕੋਈ ਆਖਿਆ ਬੋਲ ਵਿਗਾੜ, ਜਿਹੜੇ ਬੋਲ ਵਿਗਾੜ ਕਹਿੰਦੇ ਨੇ ਗੁਰੂ ਦੇ ਉੱਤੇ ਵੀ ਕਿੰਤੂ ਪ੍ਰੰਤੂ ਕਰਨ ਤੋਂ ਬਾਜ ਨਹੀਂ ਆਉਂਦੇ। ਸਤਿਗੁਰੂ ਦੀ ਬਾਣੀ ਤੇ, ਸਤਿਗੁਰੂ ਦੀ ਮਰਜ਼ਾਦਾ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਸਿੱਖਾਂ ਤੇ ਜਿਹੜੇ ਇਸ ਤਰ੍ਹਾਂ ਦੇ ਕਿੰਤੂ ਪ੍ਰੰਤੂ ਕਰਦੇ ਨੇ, ਹਜ਼ੂਰ ਕਹਿੰਦੇ ਉਹਨਾਂ ਦੇ ਸਿਰ ਉੱਤੇ ਮੂਰਖਾਂ ਦੇ ਵੱਡੇ ਮੂਰਖ ਇਹ ਲਿਖਿਆ ਜਾਂਦਾ ਹੈ। ਉਹ ਪੜ੍ਹੇ ਲਿਖੇ ਮੂਰਖਾਂ ਦੇ ਮੂਰਖ ਖਲ ਮੂਰਖ ਹੁੰਦੇ ਨੇ, ਜਿਹੜੇ ਗੁਰੂ ਦੀ ਕੀਤੀ ਉੱਤੇ ਵੀ ਪਾਈ ਨੁਕਤਾਚੀਨੀ ਕਰਦੇ ਨੇ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਵੀ ਠੀਕ ਹੈ, ਦੁਨੀਆ ਵਿੱਚ ਵਿਦਵਾਨ ਹੋਣਾ ਕੋਈ ਮਾੜੀ ਗੱਲ ਨਹੀਂ, ਵਿਦਵਾਨ ਹੋਣਾ ਬੜੀ ਚੰਗੀ ਗੱਲ ਹੈ, ਪਰ ਯਾਦ ਰੱਖੋ ਗੁਰੂ ਘਰ ਦੇ ਵਿੱਚ ਵਿਦਵਾਨ ਹੋ ਜਾਣਾ ਕੋਈ ਬਹੁਤ ਵੱਡੀ ਗੱਲ ਨਹੀਂ। ਧਿਆਨ ਨਾਲ ਗੱਲ ਸੁਣਨ ਵਾਲੀ ਹੈ। ਦੁਨੀਆ ਵਿੱਚ ਵਿਦਵਾਨ ਹੋ ਜਾਣਾ ਕੋਈ ਵੱਡੀ ਗੱਲ ਨਹੀਂ, ਤੇ ਦੁਨੀਆ ਵਿੱਚ ਮਹਾਨ ਹੋਣਾ ਉਸ ਤੋਂ ਕਿਤੇ ਵੱਡੀ ਗੱਲ ਹੈ। ਮਹਾਨ ਕੌਣ ਹੁੰਦਾ ਹੈ? ਮਹਾਨ ਉਹ ਹੁੰਦਾ ਹੈ ਜਿਹਨੂੰ ਲੋਕ ਸਤਿਕਾਰ ਦੇਣ, ਰਿਸਪੈਕਟ ਕਰਨ। ਵਿਦਵਾਨ ਤਾਂ ਹੁੰਦੇ ਨੇ ਪਰ ਸਤਿਕਾਰ ਨਹੀਂ ਸਾਰਿਆਂ ਦਾ ਹੁੰਦਾ। ਵਿਦਵਾਨ ਨਾਲੋਂ ਮਹਾਨ ਹੋਣਾ ਵੀ ਕੋਈ ਬਹੁਤ ਵੱਡੀ ਗੱਲ ਨਹੀਂ। ਯਾਦ ਰੱਖੋ ਗੁਰੂ ਘਰ ਦੇ ਵਿੱਚ ਤਾਂ ਨਿਰਮਾਣ ਹੋਣਾ ਇਸ ਦੀ ਵਡਿਆਈ ਸਭ ਤੋਂ ਵੱਡੀ ਹੈ। ਦਰਗ ਹੈ ਮਾਣ ਨਿਮਾਣਾ ਪਾਵੇ। ਇਹ ਸਿੱਖਿਆ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਨੂੰ ਦਿੰਦੇ ਨੇ। ਜੋ ਕੋਈ ਵਿਦਵਾਨ ਇਹ ਗੱਲ ਆਖੇ ਵੀ ਜਿਹੜੀ ਗੱਲ ਮੈਂ ਕਹਿ ਦਿੱਤੀ ਇਸ ਤੋਂ ਪਰੇ ਕੋਈ ਹੋਰ ਗੱਲ ਦੱਸ ਹੀ ਨਹੀਂ ਸਕਦਾ, ਹਜ਼ੂਰ ਕਹਿੰਦੇ ਉਹ ਤੇ ਮੂਰਖਾਂ ਦਾ ਮਹਾ ਮੂਰਖ ਹੈ। ਇਸ ਲਈ ਐਸਾ ਝੂਠਾ ਦਾਵਾ ਕਦੇ ਵੀ ਨਹੀਂ ਕਿਸੇ ਨੂੰ ਕਰਨਾ ਚਾਹੀਦਾ। ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਬਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਤਾਂ ਨਮਸਕਾਰ ਹੀ ਕਰਨੀ ਬਣਦੀ ਹੈ, ਉਹਦੇ ਅੱਗੇ ਤਾਂ ਝੁਕਣਾ ਹੀ ਬਣਦਾ ਹੈ। ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ, ਸਤਿਗੁਰੂ ਨੇ ਸਾਨੂੰ ਸਿੱਖਿਆ ਬਖਸ਼ੀ ਹੈ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਗੁਰਸਿੱਖ ਦੀ ਤਾਂ ਇਹ ਅਰਦਾਸ ਹੋਣੀ ਚਾਹੀਦੀ ਹੈ। ਸਤਿਗੁਰੂ ਮਿਹਰ ਕਰਨ, ਜੋ ਪਾਵਨ ਪਵਿੱਤਰ ਸਿੱਖਿਆ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ, ਆਪਾਂ ਸੁਣਿਆ,
ਇਹਨੂੰ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾ ਗਾਵਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।